हाँ जी, मैं ईटी गेट पास कैंਡੀਡੇਟ जी। मैं अपने विचार रखना चाਹੁੰਦਾ ਹਾਂ। ਜਿਹੜੇ ਕੱਲ ਇੱਕ ਨੋਟੀਫਿਕੇਸ਼ਨ ਵਾਇਰਲ ਹੋਇਆ ਨਾ, ਜਿਹੜਾ ਪ੍ਰਵਾਨਗੀ ਲੈਟਰ, ਉਸ ਸੰਬੰਧੀ ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਕਰਨਾ ਚਾਹੁੰਦਾ ਜੀ। ਉਹਦੇ ਵਿੱਚ ਜਿਹਦੇ ਵਿੱਚ ਈਟੀਟੀ ਦੀਆਂ 5994 ਪੋਸਟਾਂ 6 ਘੱਟ 6000 ਪੋਸਟਾਂ ਸੀਗੀਆਂ, ਠੀਕ ਹੈ ਜੀ। ਉਸ ਸੰਬੰਧੀ ਮੈਂ ਗੱਲ ਕਰਨਾ ਚਾਹੁੰਦਾ ਜੀ ਕਿ ਉਹ ਸਰਕਾਰ ਨੇ ਕਿਉਂ ਉਹ ਨੋਟੀਫਿਕੇਸ਼ਨ ਵਾਇਰਲ ਕੀਤਾ। ਉਹਦਾ ਮਕਸਦ ਇਹ ਸੀਗਾ ਕਿ ਬੇਰੁਜ਼ਗਾਰਾਂ ਦਾ ਧਿਆਨ ਜਿਹੜਾ ਭਟਕਾਉਣਾ, ਕਿਉਂਕਿ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 2-4 ਦਿਨਾਂ ਦੇ ਵਿੱਚ ਵੀ ਜੇ ਨੋਟੀਫਿਕੇਸ਼ਨ ਆਉਂਦਾ ਤੇ ਉਹ ਪੋਸਟਾਂ ਪੂਰੀਆਂ ਹੋਣੀਆਂ ਨਹੀਂ, ਭਾਵੇਂ ਕੁਛ ਵੀ ਹੋ ਜਾਏ। ਹਾਈ ਕੋਰਟ ਦੇ ਵਿੱਚ ਜਦੋਂ ਪਹਿਲੀਆਂ ਸਾਡੀਆਂ ਪੋਸਟਾਂ ਚੈਲੰਜ ਨੇ ਤੇ ਇਹ ਵੀ ਪੋਸਟਾਂ ਚੈਲੰਜ ਹੋਣਗੇ। ਜਦੋਂ ਸਾਡੀਆਂ ਪਹਿਲੀ ਭਰਤੀ ਪੂਰੀ ਨਹੀਂ ਹੋਈ ਤੇ ਇਹ ਅਗਲੀ ਭਰਤੀ ਕਿਵੇਂ ਪੂਰੀ ਹੋ ਜੂ। ਸੋ ਬਈ ਗੱਲ ਧਿਆਨ ਵਾਲੀ ਗੱਲ ਇਹ ਆ ਕਿ ਇਹ ਸਰਕਾਰ ਨੇ ਜਿਹੜਾ ਪ੍ਰੈਸ਼ਰ ਹੇਠ ਆ ਕੇ ਜਿੱਦਾਂ ਉਹਨਾਂ ਦੀਆਂ ਸਾਰੀਆਂ ਰੈਲੀਆਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ, ਜਾਂ ਇਹਨਾਂ ਦਾ ਜਿਹੜਾ ਮੈਟਰ ਪੂਰਾ ਹਾਈਲਾਈਟਡ ਆਲ ਓਵਰ ਇੰਡੀਆ ਜਾਂ ਵਰਲਡ ਦੇ ਵਿੱਚ ਵੀ ਕਿਤੇ ਨਾ ਕਿਤੇ ਨੈਸ਼ਨਲ ਮੀਡੀਆ ਵਿਖਾ ਰਿਹਾ ਕਿ ਇਹ ਪੰਜਾਬ ਸਰਕਾਰ ਕੀ ਕਰਤੂਤ ਕਰ ਰਹੀ ਆ ਇਹ ਬੇਰੁਜ਼ਗਾਰਾਂ ਅਧਿਆਪਕਾਂ ਦੇ ਨਾਲ, ਸਪੈਸ਼ਲੀ ਈਟੀਟੀ ਟੈਟ ਪਾਸ ਅਧਿਆਪਕਾਂ ਦੇ ਨਾਲ। ਸੋ ਗੱਲ ਮੁੱਕਦੀ ਬਾਈ ਇਹ ਆ ਕਿ ਇਹਦੇ ਵਿੱਚ ਪੋਜ਼ੀਟਿਵ ਕੀ ਆ। ਪੋਜ਼ੀਟਿਵ ਇਹ ਆ ਕਿ ਸਰਕਾਰ ਮੰਨੀ ਬੈਠੀ ਹੈ ਕਿ ਸਾਡੇ ਕੋਲ 6000 ਪੋਸਟ ਵੈਕੈਂਟ ਨੇ। ਨਹੀਂ ਤਾਂ ਸਰਕਾਰ ਮੰਨਦੀ ਨਹੀਂ ਹੁੰਦੀ ਸਾਡੇ ਕੋਲ ਪੋਸਟਾਂ ਹੈਗੀਆਂ, ਕਦੀ ਵੀ ਤੁਸੀਂ ਵੇਖ ਲਓ। ਬਟ ਹੁਣ ਕੀ ਆ ਕਿ ਹੁਣ ਸਰਕਾਰ ਜਾਣ ਦੇ ਕੰਢੇ ਸੀਗਾ, ਇਹਨਾਂ ਨੂੰ ਜਿਹੜਾ ਸੀਗਾ ਉਹ ਸੱਚਾਈ ਜਿਹੜੀ ਥੋੜ੍ਹੀ ਬਹੁਤੀ ਲਿਆਉਣੀ ਪੈਣੀ ਸੀਗੀ। ਇਸ ਲਈ ਇਹਨਾਂ ਨੇ ਦੱਸਿਆ ਕਿ ਸਾਡੇ ਕੋਲ 6000 ਪੋਸਟ ਵੈਕੈਂਟ ਹੈਗੀ ਆ। ਸੋ ਸਾਡੇ ਯੂਨੀਅਨ ਦੇ ਆਗੂ ਹੁਣ ਇਹ ਜ਼ਰੂਰ ਜ਼ੋਰ ਲਾ ਸਕਦੇ ਆ, ਸਰਕਾਰ ਵੀ ਹੁਣ ਪ੍ਰੈਸ਼ਰ ਦੇ ਵਿੱਚ ਆ ਕਿ ਇਹਨਾਂ ਪੋਸਟਾਂ ਦੇ ਵਿੱਚ ਜਿਹੜੀਆਂ ਇਹ ਪੋਸਟਾਂ ਚੋਂ 6000 ਦੇ ਵਿੱਚੋਂ 3-4000 ਪੋਸਟ ਜਿਹੜੀ ਆ ਉਹ ਸਾਡੀ 6635 ਦੇ ਵਿੱਚ ਐਡ ਕੀਤੀ ਜਾਵੇ, ਕਿਉਂਕਿ 2364 ਪੋਸਟਾਂ ਤੇ ਇਹਨਾਂ ਦੀ ਵਜ੍ਹਾ ਨਾਲ ਰੱਦ ਹੋ ਗਈਆਂ। ਉਹ ਪੋਸਟਾਂ ਸਾਨੂੰ ਜਿਹੜੀਆਂ ਇਹਦੇ ਵਿੱਚ ਐਡ ਕੀਤੀਆਂ ਜਾਣ ਤੇ ਸਾਡੀ ਜਿਹੜੀ ਆ ਉਹ ਭਰਤੀ ਜਿਹੜੀ ਮੁਕੰਮਲ ਕੀਤੀ ਜਾਵੇ। ਗੱਲ ਇਹਨਾਂ ਨੇ ਕੋਰਟ ਦਾ ਹਵਾਲਾ ਦਿੱਤਾ ਕਿ ਕੋਰਟ 'ਚ ਸਟੇ ਆ ਇਹਨਾਂ ਪੋਸਟਾਂ ਉੱਤੇ। ਸਟੇ ਤਾਂ ਠੀਕ ਹੈ, ਸਟੇ ਆ, ਬਟ ਸਾਡਾ ਜਿਹੜਾ ਏਜੀ ਆ ਉੱਥੇ ਐਫੀਡੇਵਿਟ ਦੇ ਸਕਦਾ ਹੈ ਕਿ ਬਾਈ ਜਿਹੜਾ ਤੁਹਾਡਾ ਹਾਈ ਕੋਰਟ ਦਾ ਫੈਸਲਾ ਹੋਊਗਾ ਉਹ ਇਹਨਾਂ ਦੀਆਂ ਨਿਯੁਕਤੀਆਂ ਤੇ ਜਿਹੜਾ ਉਹ ਲਾਗੂ ਕਰ ਦਿੱਤਾ ਜਾਊਗਾ। ਬਟ ਹੁਣ ਸਾਡੀ ਸਰਕਾਰ ਆ, ਜਾਣ ਦੇ ਕੰਢੇ ਆ, ਐਟ ਦੀ ਐਂਡ ਆਫ ਕੋਰਟ ਕੰਡਕਟ ਆ। ਸੋ ਸਾਨੂੰ ਇਹਨਾਂ ਵਿਦਿਆਰਥੀਆਂ ਨੂੰ ਜਿਹੜਾ ਉਹ ਦੇਣ ਦੀ ਆਗਿਆ ਦਿੱਤੀ ਜਾਵੇ ਜਿਹੜੇ ਨਿਯੁਕਤੀ ਪੱਤਰ। ਤੇ ਇਹ ਸਾਲ ਕੇ ਪਹਿਲਾਂ ਇੱਕ ਰਿਕਰੂਟਮੈਂਟ ਹੋਈ ਸੀਗੀ ਕਲਾਸ B ਦੀਆਂ ਸਰਵਿਸਾਂ ਦੇ ਵਿੱਚ, ਉਹਦੇ ਵਿੱਚ ਇਹੋ ਹੀ ਸੀਗਾ, ਉਹਦੇ ਵਿੱਚ ਵੀ ਕੋਈ ਹਾਈ ਕੋਰਟ ਵੱਲੋਂ ਸਟੇ ਸੀਗਾ, ਬਟ ਉਹਨਾਂ ਨੂੰ ਨਿਯੁਕਤੀ ਪੱਤਰ ਜਿਹੜੇ ਆ ਏਜੀ ਵੱਲੋਂ ਪਰਮਿਸ਼ਨ ਲੈ ਕੇ ਦੇ ਦਿੱਤੇ ਗਏ ਸੀਗੇ। ਸੋ ਸਾਨੂੰ ਵੀਰੋ ਇਹ ਗੱਲ ਜ਼ਰੂਰ ਸਾਡੇ ਉਹਨਾਂ ਤੱਕ ਪਹੁੰਚਾਉਣੀ ਚਾਹੀਦੀ ਆ। ਤੇ ਸਿੱਖਿਆ ਮੰਤਰੀ ਜਿਹੜੇ ਸਾਹਿਬ ਸਾਡੇ ਬਾਰ-ਬਾਰ ਗਲਤ ਬਿਆਨ ਦਿੰਦੇ ਆ, ਪਤਾ ਨਹੀਂ ਕਿਉਂ ਇਹੋ ਜਿਹੇ ਬਿਆਨ ਦਿੰਦੇ ਆ ਕਿ ਜਿਹੜੇ ਇੱਕ ਅਨਪੜ੍ਹ ਵਿਅਕਤੀ ਜਿਹੜਾ ਬੰਦਾ ਇਹੋ ਜਿਹੇ ਬਿਆਨ ਦਿੰਦਾ, ਕਿ ਉਹਨਾਂ ਵੱਲੋਂ ਇਹ ਹਰ ਗੱਲ ਨੂੰ ਹਾਕੀ ਦੇ ਨਾਲ ਜੋੜਿਆ ਜਾਂਦਾ। ਹੁਣ ਉਹਨਾਂ ਨੂੰ ਇਹੋ ਗੱਲ ਪੁੱਛੀ ਜਾਵੇ ਕਿ ਹਾਕੀ ਦਾ ਕਪਤਾਨ ਨੂੰ ਆਪਾਂ ਫੁੱਟਬਾਲ ਦੇ ਕਪਤਾਨ ਲਾ ਦਿਆਂਗੇ, ਉਹਨਾਂ ਨੂੰ ਇਹੋ ਹੀ ਗੱਲ ਪੁੱਛੀ ਜਾਵੇ ਕਿ ਇੱਕ ਗੇਮ ਵਾਲੇ ਨੂੰ ਆਪਾਂ ਦੂਜੀ ਗੇਮ ਦਾ ਵਧੀਆ ਬਣਾ ਦਾਂਗੇ, ਉਹਨੂੰ ਨਹੀਂ ਬਣਾ ਸਕਦੇ। ਸੋ ਇਹੋ ਹੀ ਫਰਕ ਵਾ, ਦੋਵਾਂ ਟੈਕਨੀਕਲ ਕੋਰਸ ਨੇ, ਦੋਵਾਂ ਬੀਐਡ ਵੱਖਰਾ ਵਾ, ਈਟੀਟੀ ਵੱਖਰਾ ਵਾ। ਜੋਧਪੁਰ ਹਾਈ ਕੋਰਟ ਨੇ ਵੀ ਸਾਡੇ ਈਟੀਟੀ ਦੇ ਹੱਕ 'ਚ ਫੈਸਲਾ ਸੁਣਾ ਦਿੱਤਾ ਵਾ, ਜਦ ਕਿ ਹੁਣ ਜਿਹੜਾ ਗਾਂਹ ਵੀ ਜਿਹੜਾ ਵਾ ਇਹ ਸਾਡੇ ਹੱਕ 'ਚ ਹੋ ਜਾਣਾ, ਜਦੋਂ ਹੁਣ ਸਾਡੇ ਸਰਵਿਸ ਰੂਲਸ ਦੇ ਵਿੱਚ ਅਮੈਂਡਮੈਂਟ ਹੋ ਚੁੱਕੀ ਆ ਕਿ ਹਾਂ ਵੀ ਈਟੀਟੀ ਦੀ ਪੋਸਟ ਈਟੀਟੀ ਲਈ ਆ। ਸੋ ਇਹ ਗੱਲ ਨੂੰ ਸਿੱਖਿਆ ਮੰਤਰੀ ਸਾਹਿਬ ਨੂੰ ਸਮਝਣਾ ਚਾਹੀਦਾ ਵਾ, ਐਵੇਂ ਬੇਤੁਕੇ ਬਿਆਨ ਨਹੀਂ ਦੇਣੇ ਚਾਹੀਦੇ। ਤੁਹਾਡੇ ਕੋਲ ਇੱਕ ਵਧੀਆ ਜਿਹੜਾ ਮਹਿਕਮਾ ਵਾ ਜਿਹਦੇ ਵਿੱਚ ਇਹ ਕਾਨੂੰਨ ਰੂਲਸ ਦੀ ਗੱਲ ਕਰਦੇ ਹੋ ਤੇ ਰੂਲਸ ਨੂੰ ਧਿਆਨ ਨਾਲ ਘੋਖੋ ਕਿ ਰੂਲਸ ਕੀ ਕਹਿੰਦੇ ਆ, ਈਟੀਟੀ ਦਾ ਕੀ ਰੂਲਸ ਨੇ ਤੇ ਬੀਐਡ ਦੇ ਕੀ ਰੂਲਸ ਨੇ। ਸੋ ਇਹ ਸਿੱਖਿਆ ਮੰਤਰੀ ਨੂੰ ਇਹ ਗੱਲ ਵੇਖ ਕੇ ਬਿਆਨ ਦੇਣਾ ਚਾਹੀਦਾ ਕਿ ਮੈਂ ਕੀ ਬਿਆਨ ਦੇ ਰਿਹਾ। ਤੁਸੀਂ ਵੀ ਇੱਕ ਚੰਗੇ ਡਿਪਾਰਟਮੈਂਟ ਦੇ ਤੇ ਤੁਹਾਨੂੰ ਮੁਖੀ ਘੋਸ਼ਿਤ ਕੀਤਾ ਆ। ਸੋ ਤੁਸੀਂ ਵੇਖ ਕੇ ਇਹ ਗੱਲ ਕਰਿਆ ਕਰੋ ਕਿ ਹਾਂ ਈਟੀਟੀ ਦਾ ਕੀ ਵਿਵਾਦ ਆ ਤੇ ਬੀਐਡ ਦਾ ਕੀ ਵਿਵਾਦ ਆ। ਹੁਣ ਤੁਸੀਂ ਹਾਕੀ ਦੇ ਕਪਤਾਨ ਹੋ, ਤੁਹਾਨੂੰ ਫੁੱਟਬਾਲ ਦੇ ਕਪਤਾਨ ਨਹੀਂ ਅਸੀਂ ਲਾ ਸਕਦੇ, ਤੁਹਾਨੂੰ ਹਾਕੀ ਦੇ ਕਪਤਾਨ ਹੀ ਲਾਵਾਂਗੇ। ਇਹੋ ਹੀ ਸੇਮ ਇਹਦੇ ਵਿੱਚ ਸਿਚੁਏਸ਼ਨ ਆ। ਤੇ ਬਾਕੀ ਗੱਲ ਰਹੀ ਹੈ ਸਟੇਟ ਕੋਲ ਜਿਹੜਾ ਅੰਡਰ ਪ੍ਰੋਵੀਜ਼ਨ ਪਾਵਰ ਆ ਕਿ ਹਾਂ ਵੀ ਅਸੀਂ ਜਿਹੜੇ ਕਿੱਦਾਂ ਇਹਨਾਂ ਨੂੰ ਆਪਾਂ ਸਰਵਿਸ ਰੂਲਾਂ ਨੂੰ ਕਿੱਦਾਂ ਅਮੈਂਡ ਕਰਨਾ। ਸੋ ਤੁਸੀਂ ਇਹੋ ਜਿਹੇ ਪਲੀਜ਼ ਬਿਆਨ ਨਾ ਦਿਆ ਕਰੋ। ਤੁਸੀਂ ਸਾਡੇ ਮਾਣਯੋਗ ਸਿੱਖਿਆ ਮੰਤਰੀ ਹੋ, ਪਰ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਕਿ ਜਿਹੜੀਆਂ ਭੇਦਭਾਵ ਪੈਦਾ ਕਰਨ, ਜਿਹੜੀਆਂ ਇੱਥੋਂ ਇਹ ਪਤਾ ਲੱਗੇ ਕਿ ਸਰਕਾਰ ਜਿਹੜੀ ਆ ਉਹ ਇੱਕ ਪਾਸੇ ਤਾਂ ਰੂਲਾਂ ਦੀ ਗੱਲ ਕਰਦੀ ਹੈ ਤੇ ਦੂਸਰੇ ਪਾਸੇ ਉਹ ਇਹ ਗੱਲ ਕਰ ਰਹੀ ਹੈ ਕਿ ਇਹ ਯੂਨੀਅਨਸ ਜਿਹੜੀਆਂ ਉਹ ਆਪਸ 'ਚ ਉਹ ਸਹਿਮਤੀ ਪ੍ਰਗਟਾ ਲੈਣ। ਫਿਰ ਰੂਲਸ ਕੀ ਹੋਏ ਜੇ ਯੂਨੀਅਨ ਹੀ ਆਪਸ 'ਚ ਸਹਿਮਤੀ ਪ੍ਰਗਟਾ ਲੈਣ। ਰੂਲਸ ਕੀ ਕਹਿੰਦੇ, ਰੂਲਸ ਦੇ ਅਕੋਰਡਿੰਗ ਭਰਤੀ ਕਰੋ, ਜੋ ਤੁਹਾਡੇ ਰੂਲਸ ਬਣਾਏ ਗਏ ਤੁਸੀਂ ਉਹਦੇ ਅਕੋਰਡਿੰਗ ਭਰਤੀ ਕਰ ਲਓ, ਗੱਲ ਮੁੱਕ ਗਈ ਉੱਥੇ। ਇਦਾਂ ਤੇ ਸਹਿਮਤੀ ਸਾਰੀ ਦੁਨੀਆ ਦੀ ਨਹੀਂ ਹੋ ਸਕਦੀ। ਜੇ ਤੁਸੀਂ ਇਦਾਂ ਸਹਿਮਤੀ ਕਰਦੇ ਇਦਾਂ ਦਾ ਕੋਈ ਨਾ ਕੋਈ ਰਹਿ ਜਾਊਗਾ। ਫਿਰ ਇਦਾਂ ਨਹੀਂ ਸਿੱਖਿਆ ਮੰਤਰੀ ਸਾਹਿਬ, ਥੋੜਾ ਸੋਚ ਕੇ ਬਿਆਨ ਦਿਓ ਤੁਸੀਂ ਕੀ ਬਿਆਨ ਦੇਣਾ ਵਾ। ਤੁਸੀਂ ਗਲਤ ਤੁਸੀਂ ਕਿਸੇ ਵੇਲੇ ਜਿਹੜਾ ਨਾ ਉਹ ਹਾਕੀ ਵਾਲੇ ਪਾਸੇ ਲੈਣ ਦੀ ਬਜਾਏ ਉਹ ਦੂਜੇ ਪਾਸੇ ਗੱਲ ਲੈ ਜਾਂਦੇ ਹੋ। ਸੋ ਬਾਕੀ ਗੱਲ ਵੀਰੋ ਇਹ ਆ ਕਿ ਯੂਨੀਅਨ ਦੇ ਨੁਮਾਇੰਦੇ ਇਹ ਗੱਲ ਤੇ ਜ਼ਰੂਰ ਮੇਰੀ ਤੇ ਗੌਰ ਕਰਨ ਜਾਂ ਪ੍ਰੈਸ਼ਰ ਪਾਉਣ ਕਿ ਇਹ ਜਿਹੜੀਆਂ ਸਾਡੀਆਂ ਪੋਸਟਾਂ ਜਿਹੜੀਆਂ 6635 'ਚ ਐਡ ਕੀਤੇ ਜਾਣ ਤੇ ਏਜੀ ਥਰੂ ਜਿਹੜਾ ਸਾਡੇ ਹੱਕ ਦੇ ਵਿੱਚ ਜਾਂ ਪਹਿਲਾਂ ਤਰੀਕ ਪਵਾਈ ਜਾਵੇ ਜਾਂ ਐਨਸੀਟੀ ਵੱਲੋਂ ਜਿਹੜਾ ਵੀ ਆ ਕੁਛ ਵੀ ਜਿਹੜਾ ਪਹਿਲਾਂ ਉਹਨਾਂ ਤੱਕ ਪਹੁੰਚ ਕੀਤਾ ਜਾਵੇ, ਜਦ ਕਿ ਜਿਹਦੇ ਨਾਲ ਸਾਡਾ 6635 ਦਾ ਮਸਲਾ ਹੱਲ ਹੋ ਜੇ। ਠੀਕ ਹੈ, ਤੇ ਜਿਹੜੇ ਵੱਧ ਤੋਂ ਵੱਧ ਸਾਥੀ ਜਿਹੜੇ ਆ ਉਹ ਜੌਬ ਲੱਗ ਜਾਣ। ਇੱਕ ਜਿਹੜਾ ਸਿੱਖਿਆ ਮੰਤਰੀ ਸਾਹਿਬ ਇਹ ਵੀ ਬਿਆਨ ਦਿੰਦੇ ਆ ਕਿ 21 ਨੰਬਰ ਵਾਲਾ ਟੈਂਕੀ ਤੇ ਚੜਿਆ, ਕੋਈ 21 ਨੰਬਰ ਵਾਲਾ ਸਾਡਾ ਟੈਂਕੀ ਤੇ ਨਹੀਂ ਚੜਿਆ। ਇਹ ਤੁਸੀਂ ਪਤਾ ਨਹੀਂ ਕਿਹੜਾ ਬੰਦਾ ਤੁਹਾਨੂੰ ਲਾਗੇ ਜਿਹੜਾ ਡਾਟਾ ਦਿੰਦਾ ਹੈ, ਸਾਨੂੰ ਇਸ ਗੱਲ ਦਾ ਸਮਝ ਨਹੀਂ ਹੈ। ਕੋਈ 21 ਨੰਬਰ ਤਾਂ ਮੈਨੂੰ ਲੱਗਦਾ ਕਿਸੇ ਦੇ ਹੋਣਾ ਹੀ ਨਹੀਂ ਹੈ।
ਠੀਕ ਹੈ, ਇਹ ਗਲਤ ਗੱਲਾਂ ਨਾ ਕਰੋ, ਮਤਲਬ ਲੀਡਰ ਨੂੰ ਨਾ ਗਮਰਾਹ ਕਰੋ ਕਿ ਜਿਹਦੇ ਵਿੱਚ ਤੁਹਾਡਾ ਵੀ ਇਲੈਕਸ਼ਨ ਦਾ ਟਾਈਮ ਆ। ਸੋ ਇਹੋ ਜਿਹੇ ਨਾ ਗੱਲਾਂ ਕਰੋ ਕਿ ਜਿਹਦੇ ਵਿੱਚ ਗਾਂਹ ਤੇ ਇਹ ਸਰਕਾਰ ਦਾ ਆਉਣਾ ਜਿਹੜਾ ਵਾ ਉਹ ਅਸੰਭਵ ਹੋ ਜੇ, ਕਿਉਂਕਿ ਬੇਰੁਜ਼ਗਾਰਾਂ ਦੇ ਏਕੇ ਦੇ ਨਾਲ ਹੀ ਇਹ ਸਰਕਾਰ ਅਗਲੀ ਆਉਣੀ ਹੈ ਜਿਹੜੀ ਵੀ ਆਈ। ਸੋ ਗੱਲ ਜਿਹੜੀ ਮੈਂ ਰੱਖਣੀ ਸੀ ਉਹ ਵੀ ਮੈਂ ਰੱਖ ਚੁੱਕਾ ਹਾਂ ਕਿ ਬਾਈ ਕਿ ਜਿਹੜੀਆਂ 6635 ਦੇ ਵਿੱਚ ਜਿਹੜੀ ਸਾਡੀ ਮੀਟਿੰਗ ਹੁੰਦੀ ਹੈ ਯੂਨੀਅਨ ਦੀ, ਜਾਂ 18 ਨੂੰ ਜਿਹੜੀ ਮੀਟਿੰਗ ਆ ਉਹਦੇ ਵਿੱਚ ਸਾਡੀ ਯੂਨੀਅਨ ਇਹ ਜ਼ਰੂਰ ਗੱਲ ਰੱਖੇ ਕਿ ਸਾਡੀਆਂ ਪੋਸਟਾਂ ਜਿਹੜੀਆਂ ਵਾ ਉਹਦੇ 'ਚ ਵਾਧਾ ਕੀਤਾ ਜਾਵੇ 6635, ਕਿਉਂਕਿ ਸਾਡਾ ਐਗਜ਼ਾਮ ਹੋ ਚੁੱਕਾ, ਸਾਡਾ ਪ੍ਰੋਸੈਸ ਜਿਹੜਾ ਵਾ ਉਹ 70% ਹੋ ਚੁੱਕਾ, ਸਾਡਾ 30% ਸਿਰਫ ਰਹਿੰਦਾ ਆ ਜਿਹਦੇ 'ਚ ਸਾਨੂੰ ਪੋਸਟਾਂ ਦੇ ਸਕਦੇ ਆ, ਤੇ ਇਹ 101% ਪੋਸੀਬਲ ਆ। ਸੋ ਇਹ ਮੰਗ ਰੱਖਣੀ ਚਾਹੀਦੀ ਆ ਤੇ ਸਾਡੀਆਂ ਪੋਸਟਾਂ 'ਚ ਵਾਧਾ ਕਰਨਾ ਚਾਹੀਦਾ ਹੈ, ਤੇ ਸਾਡੀ ਭਰਤੀ ਜਿਹੜੀ ਹੈ ਏਜੀ ਥਰੂ ਜਿਹੜੇ ਆ ਉਹ ਦੇ ਕੇ ਐਫੀਡੇਵਿਟ ਤੇ ਕੰਪਲੀਟ ਹੋ ਸਕਦੀ ਹੈ। ਠੀਕ ਹੈ ਜੀ। ਤੇ ਬਾਕੀ ਗੱਲ ਇਹ ਹੈ ਕਿ ਇਹੋ ਗੱਲਾਂ ਮੈਂ ਯੂਨੀਅਨ ਨੂੰ ਪਹੁੰਚਾਉਣੀਆਂ ਚਾਹੁੰਦਾ ਸੀਗਾ, ਤੇ ਯੂਨੀਅਨ ਮੇਰੀ ਗੱਲਾਂ ਤੇ ਬਿਲਕੁਲ ਥੋੜਾ ਬਹੁਤਾ, ਜਿੰਨਾ ਮੈਂ ਸਿਆਣਾ ਤਾਂ ਨਹੀਂ ਬਟ ਪਲੀਜ਼ ਮੇਰੀ ਗੱਲਾਂ ਤੇ ਜ਼ਰੂਰ ਗੌਰ ਕਰਿਓ ਕਿ ਸਾਨੂੰ ਇਹ ਗੱਲ ਤੇ ਬਿਲਕੁਲ ਧਿਆਨ ਰੱਖਣਾ ਚਾਹੀਦਾ ਕਿ ਇਹ ਇਵੇਂ ਸਾਡਾ ਹੱਲ ਹੋ ਸਕਦਾ ਜੇ ਸਾਡੀਆਂ ਪੋਸਟਾਂ ਵੱਧ ਜਾਣ, ਸਾਡਾ ਵੱਧ ਤੋਂ ਵੱਧ ਕੇਡਰ ਜਿਹੜਾ ਉਹ ਐਡਜਸਟ ਹੋ ਜੇ, ਤੇ ਹੋ ਸਕਦਾ ਸਾਡਾ ਕੋਡ ਆਫ ਕੰਡਕਟ ਤੋਂ ਪਹਿਲਾਂ ਵੀ ਇਹਦਾ ਮਸਲਾ ਹੱਲ ਹੋ ਸਕਦਾ। ਤੇ ਮਿਹਰਬਾਨੀ ਜੀ ਸਾਰਿਆਂ ਨੂੰ, ਧੰਨਵਾਦ। ਬਾਕੀ ਰਹੀ ਸੱਚ ਗੱਲ ਬੀਐਡ ਦੀ, ਕਿ ਬੀਐਡ ਦਾ ਸੀਨ ਇਹ ਹੈ ਜੀ ਕਿ ਬੀਐਡ ਨੇ ਨਾ ਆਪ ਤੇ ਖੇਡਣਾ ਨਹੀਂ ਤੇ ਦੂਜਿਆਂ ਨੂੰ ਖੇਡਣ ਨਹੀਂ ਦੇਣਾ। ਬਸ ਉਹਨਾਂ ਦੀ ਹੁਣ ਸਿਸਟਮ ਇੱਥੋਂ ਤੱਕ ਰਹਿ ਗਿਆ ਕਿ ਉਹ ਆਪ ਤੇ ਉਹ ਬਾਹਰ ਆ, ਠੀਕ ਹੈ, ਉਹ ਤੇ ਅੱਜ ਵੀ ਬਾਹਰ ਸੀ, ਕੱਲ ਵੀ ਬਾਹਰ ਹੋਣਗੇ, ਕਿਉਂਕਿ ਇਹਨਾਂ ਦਾ ਸਾਡੇ ਨਾਲ ਵੇਚਣੀ ਹੈ। ਵੱਖਰੇਵਾਂ ਕੋਰਸ ਨੇ, ਵੱਖੋ ਵੱਖ ਟੈਕਨੀਕਲ ਕੋਰਸ ਨੇ, ਭਾਵੇਂ ਸੁਪਰੀਮ ਕੋਰਟ ਚੱਲ ਜਾਣ, ਭਾਵੇਂ ਜਿੱਥੇ ਮਰਜ਼ੀ ਚੱਲ ਜਾਣ, ਉਹ ਸਾਡੇ ਹੱਕ 'ਚ ਹੀ ਆਉਣਾ। ਬਟ ਸਿਰਫ ਪ੍ਰੋਬਲਮ ਇਹ ਹੈ ਕਿ ਡਿਲੇ ਆਫ ਟਾਈਮ, ਕਿ ਟਾਈਮ ਜਿਹੜਾ ਵਾ ਉਹ ਨਿਕਲੀ ਜਾਂਦਾ ਹਰ ਟਾਈਮ। ਜਦੋਂ ਇੱਕ ਦੇ ਬੰਦੇ ਨੂੰ ਸਮੇਂ ਤੇ ਜੌਬ ਮਿਲਣੀ, ਇੱਕ ਜੌਬ ਜਿਹੜੀ ਆ ਉਹ ਸਮੇਂ ਤੋਂ ਬਾਅਦ ਮਿਲਣੀ, ਉਹ ਗੱਲ ਫਿਰ ਉਹ ਮਜ਼ਾ ਰਹਿੰਦਾ ਨਹੀਂ। ਸੋ ਇਹ ਗੱਲ ਇਹ ਬੀਐਡ ਵਾਲਿਆਂ ਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਨੂੰ ਆਪਣੀਆਂ ਪੋਸਟਾਂ ਵੱਲ ਜਾਣਾ ਚਾਹੀਦਾ ਤੇ ਨਾ ਕਿਸੇ ਦੇ ਹੱਕ ਤੇ ਮਾਰਨਾ ਚਾਹੀਦਾ। ਤੇ ਬਾਕੀ ਇਹ ਆ ਕਿ ਇਹ ਆਪਣੇ ਵੀਰੋ ਈਟੀਟੀ ਵਾਲਿਓ, ਇਹ ਆਪਣੀਆਂ ਪੋਸਟਾਂ ਸਿਰਫ ਸਾਨੂੰ ਹੀ ਮਿਲਣੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਆ, ਬਸ ਸਿਰਫ ਟਾਈਮ ਆਫ ਵੇਸਟੇਜ ਆ ਤੇ ਟਾਈਮ ਵੇਸਟ ਹੋ ਰਿਹਾ। ਤੇ ਇਹ ਮੇਰੇ ਵੀਰ ਯੂਨੀਅਨ ਵਾਲੇ ਧਿਆਨ ਰੱਖਣ ਥੋੜੀ ਜਿਹੀ ਗੱਲ ਕਿ ਆਪਾਂ ਪੋਸਟਾਂ ਦੇ ਵਾਧੇ ਵਿੱਚ ਧਿਆਨ ਦਈਏ ਤੇ ਇਹਨਾਂ ਪੋਸਟਾਂ ਨੂੰ ਛੇਤੀ ਤੋਂ ਛੇਤੀ ਪੂਰਾ ਕਰਾਈਏ। ਜੋ ਕਰ ਰਹੇ ਆ ਉਹ ਸਾਰੇ, ਤੇ ਸਿਰਫ ਇੱਕ ਸੁਝਾਅ ਸੀਗਾ, ਮੈਂ ਸਿਆਣਾ ਨਹੀਂ ਬਹੁਤਾ, ਸਿਰਫ ਆਪਣਾ ਸੁਝਾਅ ਦਿੱਤਾ ਤੇ ਕਿਹਾ ਸੁਣਿਆ ਮਾਫ, ਮਿਹਰਬਾਨੀ। ਹਾਂਜੀ, ਮੈਂ ਈਟੀਟੀ ਗੈਟ ਪਾਸ ਕੈਂਡੀਡੇਟ ਜੀ, ਮੈਂ ਆਪਣੇ ਵਿਚਾਰ ਰੱਖਣਾ ਚਾਹੁੰਦਾ ਹਾਂ। ਜਿਹੜੇ ਕੱਲ੍ਹ ਇੱਕ ਨੋਟੀਫਿਕੇਸ਼ਨ ਵਾਇਰਲ ਹੋਇਆ ਨਾ, ਜਿਹੜਾ ਪ੍ਰਵਾਨਗੀ ਲੈਟਰ, ਉਸ ਸੰਬੰਧੀ ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਕਰਨਾ ਚਾਹੁੰਦਾ ਜੀ। ਉਹਦੇ ਵਿੱਚ ਜਿਹਦੇ ਵਿੱਚ ਈਟੀਟੀ ਦੀਆਂ 5994 ਪੋਸਟਾਂ, 6000 ਪੋਸਟਾਂ ਸੀਗੀਆਂ, ਠੀਕ ਹੈ ਜੀ, ਉਸ ਸੰਬੰਧੀ ਮੈਂ ਗੱਲ ਕਰਨਾ ਚਾਹੁੰਦਾ ਜੀ ਕਿ ਉਹ ਸਰਕਾਰ ਨੇ ਕਿਉਂ ਉਹ ਨੋਟੀਫਿਕੇਸ਼ਨ ਵਾਇਰਲ ਕੀਤਾ। ਉਹਦਾ ਮਕਸਦ ਇਹ ਸੀਗਾ ਕਿ ਬੇਰੁਜ਼ਗਾਰਾਂ ਦਾ ਧਿਆਨ ਜਿਹੜਾ ਭਟਕਾਉਣਾ, ਕਿਉਂਕਿ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 2-4 ਦਿਨਾਂ ਦੇ ਵਿੱਚ ਵੀ ਜੇ ਨੋਟੀਫਿਕੇਸ਼ਨ ਆਉਂਦਾ ਤੇ ਉਹ ਪੋਸਟਾਂ ਪੂਰੀਆਂ ਹੋਣੀਆਂ ਨਹੀਂ, ਭਾਵੇਂ ਕੁਛ ਵੀ ਹੋ ਜਾਏ। ਹਾਈ ਕੋਰਟ ਦੇ ਵਿੱਚ ਜਦੋਂ ਪਹਿਲੀਆਂ ਸਾਡੀਆਂ ਪੋਸਟਾਂ ਚੈਲੰਜ ਨੇ ਤੇ ਇਹ ਵੀ ਪੋਸਟਾਂ ਚੈਲੰਜ ਹੋਣਗੇ। ਜਦੋਂ ਸਾਡੀਆਂ ਪਹਿਲੀ ਭਰਤੀ ਪੂਰੀ ਨਹੀਂ ਹੋਈ ਤੇ ਇਹ ਅਗਲੀ ਭਰਤੀ ਕਿਵੇਂ ਪੂਰੀ ਹੋ ਜੂ। ਸੋ ਬਈ ਗੱਲ ਧਿਆਨ ਵਾਲੀ ਗੱਲ ਇਹ ਆ ਕਿ ਇਹ ਸਰਕਾਰ ਨੇ ਜਿਹੜਾ ਪ੍ਰੈਸ਼ਰ ਹੇਠ ਆ ਕੇ ਜਿੱਦਾਂ ਉਹਨਾਂ ਦੀਆਂ ਸਾਰੀਆਂ ਰੈਲੀਆਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ, ਜਾਂ ਇਹਨਾਂ ਦਾ ਜਿਹੜਾ ਮੈਟਰ ਪੂਰਾ ਹਾਈਲਾਈਟਡ ਆਲ ਓਵਰ ਇੰਡੀਆ ਜਾਂ ਵਰਲਡ ਦੇ ਵਿੱਚ ਵੀ ਕਿਤੇ ਨਾ ਕਿਤੇ ਨੈਸ਼ਨਲ ਮੀਡੀਆ ਵਿਖਾ ਰਿਹਾ ਕਿ ਇਹ ਪੰਜਾਬ ਸਰਕਾਰ ਕੀ ਕਰਤੂਤ ਕਰ ਰਹੀ ਆ ਇਹ ਬੇਰੁਜ਼ਗਾਰਾਂ ਅਧਿਆਪਕਾਂ ਦੇ ਨਾਲ, ਸਪੈਸ਼ਲੀ ਈਟੀਟੀ ਟੈਟ ਪਾਸ ਅਧਿਆਪਕਾਂ ਦੇ ਨਾਲ। ਸੋ ਗੱਲ ਮੁੱਕਦੀ ਬਾਈ ਇਹ ਆ ਕਿ ਇਹਦੇ ਵਿੱਚ ਪੋਜ਼ੀਟਿਵ ਕੀ ਆ। ਪੋਜ਼ੀਟਿਵ ਇਹ ਆ ਕਿ ਸਰਕਾਰ ਮੰਨੀ ਬੈਠੀ ਹੈ ਕਿ ਸਾਡੇ ਕੋਲ 6000 ਪੋਸਟ ਵੈਕੈਂਟ ਨੇ। ਨਹੀਂ ਤਾਂ ਸਰਕਾਰ ਮੰਨਦੀ ਨਹੀਂ ਹੁੰਦੀ ਸਾਡੇ ਕੋਲ ਪੋਸਟਾਂ ਹੈਗੀਆਂ, ਕਦੀ ਵੀ ਤੁਸੀਂ ਵੇਖ ਲਓ। ਬਟ ਹੁਣ ਕੀ ਆ ਕਿ ਹੁਣ ਸਰਕਾਰ ਜਾਣ ਦੇ ਕੰਢੇ ਸੀਗਾ, ਇਹਨਾਂ ਨੂੰ ਜਿਹੜਾ ਸੀਗਾ ਉਹ ਸੱਚਾਈ ਜਿਹੜੀ ਥੋੜ੍ਹੀ ਬਹੁਤੀ ਲਿਆਉਣੀ ਪੈਣੀ ਸੀਗੀ, ਇਸ ਲਈ ਇਹਨਾਂ ਨੇ ਦੱਸਿਆ ਕਿ ਸਾਡੇ ਕੋਲ 6000 ਪੋਸਟ ਵੈਕੈਂਟ ਹੈਗੀ ਆ। ਸੋ ਸਾਡੇ ਯੂਨੀਅਨ ਦੇ ਆਗੂ ਹੁਣ ਇਹ ਜ਼ਰੂਰ ਜ਼ੋਰ ਲਾ ਸਕਦੇ ਆ, ਸਰਕਾਰ ਵੀ ਹੁਣ ਪ੍ਰੈਸ਼ਰ ਦੇ ਵਿੱਚ ਆ ਕਿ ਇਹਨਾਂ ਪੋਸਟਾਂ ਦੇ ਵਿੱਚ ਜਿਹੜੀਆਂ ਇਹ ਪੋਸਟਾਂ ਚੋਂ 6000 ਦੇ ਵਿੱਚੋਂ 3-4000 ਪੋਸਟ ਜਿਹੜੀ ਉਹ ਸਾਡੀ 6635 ਦੇ ਵਿੱਚ ਐਡ ਕੀਤੀ ਜਾਵੇ, ਕਿਉਂਕਿ 2364 ਪੋਸਟਾਂ ਤੇ ਇਹਨਾਂ ਦੀ ਵਜ੍ਹਾ ਨਾਲ ਰੱਦ ਹੋ ਗਈਆਂ। ਉਹ ਪੋਸਟਾਂ ਸਾਨੂੰ ਜਿਹੜੀਆਂ ਇਹਦੇ ਵਿੱਚ ਐਡ ਕੀਤੀਆਂ ਜਾਣ ਤੇ ਸਾਡੀ ਜਿਹੜੀ ਆ ਉਹ ਭਰਤੀ ਜਿਹੜੀ ਮੁਕੰਮਲ ਕੀਤੀ ਜਾਵੇ। ਗੱਲ ਇਹਨਾਂ ਨੇ ਕੋਰਟ ਦਾ ਹਵਾਲਾ ਦਿੱਤਾ ਕਿ ਕੋਰਟ 'ਚ ਸਟੇ ਆ ਇਹਨਾਂ ਪੋਸਟਾਂ ਉੱਤੇ। ਸਟੇ ਤਾਂ ਠੀਕ ਹੈ, ਸਟੇ ਆ, ਬਟ ਸਾਡਾ ਜਿਹੜਾ ਏਜੀ ਆ ਉੱਥੇ ਐਫੀਡੇਵਿਟ ਦੇ ਸਕਦਾ ਹੈ ਕਿ ਬਾਈ ਜਿਹੜਾ ਤੁਹਾਡਾ ਹਾਈ ਕੋਰਟ ਦਾ ਫੈਸਲਾ ਹੋਊਗਾ ਉਹ ਇਹਨਾਂ ਦੀਆਂ ਨੁਕਤੀਆਂ ਤੇ ਜਿਹੜਾ ਉਹ ਲਾਗੂ ਕਰ ਦਿੱਤਾ ਜਾਊਗਾ। ਬਟ ਹੁਣ ਸਾਡੀ ਸਰਕਾਰ ਆ, ਜਾਣ ਦੇ ਕੰਢੇ ਆ, ਐਟ ਦੀ ਐਂਡ ਆਫ ਕੋਡ ਕੰਡਕਟ ਆ। ਸੋ ਸਾਨੂੰ ਇਹਨਾਂ ਵਿਦਿਆਰਥੀਆਂ ਨੂੰ ਜਿਹੜਾ ਉਹ ਦੇਣ ਦੀ ਆਗਿਆ ਦਿੱਤੀ ਜਾਵੇ ਜਿਹੜੇ ਨਿਯੁਕਤੀ ਪੱਤਰ ਆ। ਤੇ ਇਹ ਸਾਲ ਕੇ ਪਹਿਲਾਂ ਇੱਕ ਰਿਕਰੂਟਮੈਂਟ ਹੋਈ ਸੀਗੀ ਕਲਾਸ B ਦੀਆਂ ਸਰਵਿਸਾਂ ਦੇ ਵਿੱਚ, ਉਹਦੇ ਵਿੱਚ ਇਹੋ ਹੀ ਸੀਗਾ, ਉਹਦੇ ਵਿੱਚ ਵੀ ਕੋਈ ਹਾਈ ਕੋਰਟ ਵੱਲੋਂ ਸਟੇ ਸੀਗਾ, ਬਟ ਉਹਨਾਂ ਨੂੰ ਨਿਯੁਕਤੀ ਪੱਤਰ ਜਿਹੜੇ ਆ ਏਜੀ ਵੱਲੋਂ ਪਰਮਿਸ਼ਨ ਲੈ ਕੇ ਦੇ ਦਿੱਤੇ ਗਏ ਸੀਗੇ। ਸੋ ਸਾਨੂੰ ਵੀਰੋ ਇਹ ਗੱਲ ਜ਼ਰੂਰ ਸਾਡੇ ਉਹਨਾਂ ਤੱਕ ਪਹੁੰਚਾਉਣੀ ਚਾਹੀਦੀ ਆ। ਤੇ ਸਿੱਖਿਆ ਮੰਤਰੀ ਜਿਹੜੇ ਸਾਹਿਬ ਸਾਡੇ ਬਾਰ-ਬਾਰ ਗਲਤ ਬਿਆਨ ਦਿੰਦੇ ਆ, ਪਤਾ ਨਹੀਂ ਕਿਉਂ ਇਹੋ ਜਿਹੇ ਬਿਆਨ ਦਿੰਦੇ ਆ ਕਿ ਜਿਹੜੇ ਇੱਕ ਅਨਪੜ੍ਹ ਵਿਅਕਤੀ ਜਿਹੜਾ ਬੰਦਾ ਇਹੋ ਜਿਹੇ ਬਿਆਨ ਦਿੰਦਾ, ਉਹਨਾਂ ਵੱਲੋਂ ਇਹ ਹਰ ਗੱਲ ਨੂੰ ਹਾਕੀ ਦੇ ਨਾਲ ਜੋੜਿਆ ਜਾਂਦਾ। ਹੁਣ ਉਹਨਾਂ ਨੂੰ ਇਹੋ ਗੱਲ ਪੁੱਛੀ ਜਾਵੇ ਕਿ ਹਾਕੀ ਦਾ ਕਪਤਾਨ ਨੂੰ ਆਪਾਂ ਫੁੱਟਬਾਲ ਦੇ ਕਪਤਾਨ ਲਾ ਦਿਆਂਗੇ, ਉਹਨਾਂ ਨੂੰ ਇਹੋ ਹੀ ਗੱਲ ਪੁੱਛੀ ਜਾਵੇ ਕਿ ਇੱਕ ਗੇਮ ਵਾਲੇ ਨੂੰ ਆਪਾਂ ਦੂਜੀ ਗੇਮ ਦਾ ਵਧੀਆ ਬਣਾ ਦਾਂਗੇ, ਉਹਨੂੰ ਨਹੀਂ ਬਣਾ ਸਕਦੇ।
सो इहो ही फर्क वा दोवां टैक्नीकल कोर्स ने, दोवां बीएड वखरा वा, ईटीटी वखरा वा। जोधपुर हाई कोर्ट ने भी साडे ईटीटी दे हक 'च फैसला सुना दिता वा, जबकि हुण जिहड़ा गांह भी जिहड़ा वा इह साडे हक 'च हो जाना जदों हुण साडे सर्विस रूल्स दे विच अमेंडमेंट हो चुकी है कि हाँ भी ईटीटी दी पोस्ट ईटीटी ਲਈ ਆ। सो ਇਹ ਗੱਲ ਨੂੰ ਸਿੱਖਿਆ ਮੰਤਰੀ ਸਾਹਿਬ ਨੂੰ ਸਮਝਣਾ ਚਾਹੀਦਾ ਵਾ, ਐਵੇਂ ਬੇਤੁਕੇ ਬਿਆਨ ਨਹੀਂ ਦੇਣੇ ਚਾਹੀਦੇ। ਤੁਹਾਡੇ ਕੋਲ ਇੱਕ ਵਧੀਆ ਜਿਹੜਾ ਮਹਿਕਮਾ ਵਾ ਜਿਹਦੇ ਵਿੱਚ ਇਹ ਕਾਨੂੰਨ ਰੂਲਸ ਦੀ ਗੱਲ ਕਰਦੇ ਹੋ ਤੇ ਰੂਲਸ ਨੂੰ ਧਿਆਨ ਨਾਲ ਘੋਖੋ ਕਿ ਰੂਲਸ ਕੀ ਕਹਿੰਦੇ ਆ, ਈਟੀਟੀ ਦੇ ਕੀ ਰੂਲਸ ਨੇ ਤੇ ਬੀਐਡ ਦੇ ਕੀ ਰੂਲਸ ਨੇ। ਸੋ ਇਹ ਸਿੱਖਿਆ ਮੰਤਰੀ ਨੂੰ ਇਹ ਗੱਲ ਵੇਖ ਕੇ ਬਿਆਨ ਦੇਣਾ ਚਾਹੀਦਾ ਕਿ ਮੈਂ ਕੀ ਬਿਆਨ ਦੇ ਰਿਹਾ। ਤੁਸੀਂ ਵੀ ਇੱਕ ਚੰਗੇ ਡਿਪਾਰਟਮੈਂਟ ਦੇ ਤੁਹਾਨੂੰ ਮੁਖੀ ਘੋਸ਼ਿਤ ਕੀਤਾ ਹੈ, ਸੋ ਤੁਸੀਂ ਵੇਖ ਕੇ ਇਹ ਗੱਲ ਕਰਿਆ ਕਰੋ ਕਿ ਹਾਂ ਈਟੀਟੀ ਦਾ ਕੀ ਵਿਵਾਦ ਹੈ ਤੇ ਬੀਐਡ ਦਾ ਕੀ ਵਿਵਾਦ ਆ। ਹੁਣ ਤੁਹਾਡੇ ਤੁਸੀਂ ਹਾਕੀ ਦੇ ਕਪਤਾਨ ਹੋ, ਤੁਹਾਨੂੰ ਫੁੱਟਬਾਲ ਦੇ ਕਪਤਾਨ ਨਹੀਂ ਅਸੀਂ ਲਾ ਸਕਦੇ, ਤੁਹਾਨੂੰ ਹਾਕੀ ਦੇ ਕਪਤਾਨ ਹੀ ਲਾਵਾਂਗੇ। ਇਹੋ ਹੀ ਸੇਮ ਇਹਦੇ ਵਿੱਚ ਸਿਚੁਏਸ਼ਨ ਆ। ਤੇ ਬਾਕੀ ਗੱਲ ਰਹੀ ਹੈ ਸਟੇਟ ਕੋਲ ਜਿਹੜਾ ਅੰਡਰ ਪ੍ਰੋਵੀਜ਼ਨ ਪਾਵਰ ਹੈ ਕਿ ਹਾਂ ਵੀ ਅਸੀਂ ਜਿਹੜੇ ਕਿੱਦਾਂ ਇਹਨਾਂ ਨੂੰ ਆਪਾਂ ਸਰਵਿਸ ਰੂਲਾਂ ਨੂੰ ਕਿੱਦਾਂ ਅਮੈਂਡ ਕਰਨਾ। ਸੋ ਤੁਸੀਂ ਇਹੋ ਜਿਹੇ ਪਲੀਜ਼ ਬਿਆਨ ਨਾ ਦਿਆ ਕਰੋ। ਤੁਸੀਂ ਸਾਡੇ ਮਾਣਯੋਗ ਸਿੱਖਿਆ ਮੰਤਰੀ ਹੋ, ਪਰ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਕਿ ਜਿਹੜੀਆਂ ਭੇਦਭਾਵ ਪੈਦਾ ਕਰਨ, ਜਿਹੜੀਆਂ ਇੱਥੋਂ ਇਹ ਪਤਾ ਲੱਗੇ ਕਿ ਸਰਕਾਰ ਜਿਹੜੀ ਆ ਉਹ ਇੱਕ ਪਾਸੇ ਤਾਂ ਰੂਲਾਂ ਦੀ ਗੱਲ ਕਰਦੀ ਹੈ ਤੇ ਦੂਸਰੇ ਪਾਸੇ ਉਹ ਇਹ ਗੱਲ ਕਰ ਰਹੀ ਹੈ ਕਿ ਇਹ ਯੂਨੀਅਨਸ ਜਿਹੜੀਆਂ ਵਾ ਉਹ ਆਪਸ 'ਚ ਉਹ ਸਹਿਮਤੀ ਪ੍ਰਗਟਾ ਲੈਣ। ਫਿਰ ਰੂਲਸ ਕੀ ਹੋਏ ਜੇ ਯੂਨੀਅਨ ਹੀ ਆਪਸ ਵਿੱਚ ਸਹਿਮਤੀ ਪ੍ਰਗਟਾ ਲੈਣ? ਰੂਲਸ ਕੀ ਕਹਿੰਦੇ? ਰੂਲਸ ਦੇ ਅਕੋਰਡਿੰਗ ਭਰਤੀ ਕਰੋ, ਜੋ ਤੁਹਾਡੇ ਰੂਲਸ ਬਣਾਏ ਗਏ ਤੁਸੀਂ ਉਹਦੇ ਅਕੋਰਡਿੰਗ ਭਰਤੀ ਕਰ ਲਓ, ਗੱਲ ਮੁੱਕ ਗਈ ਉੱਥੇ। ਇਦਾਂ ਤਾਂ ਸਹਿਮਤੀ ਸਾਰੀ ਦੁਨੀਆ ਦੀ ਨਹੀਂ ਹੋ ਸਕਦੀ। ਜੇ ਤੁਸੀਂ ਇਦਾਂ ਸਹਿਮਤੀ ਕਰਦੇ ਇਦਾਂ ਤਾਂ ਕੋਈ ਨਾ ਕੋਈ ਰਹਿ ਜਾਊਗਾ। ਫਿਰ ਇਦਾਂ ਨਹੀਂ ਸਿੱਖਿਆ ਮੰਤਰੀ ਸਾਹਿਬ, ਥੋੜਾ ਸੋਚ ਕੇ ਬਿਆਨ ਦਿਓ ਤੁਸੀਂ ਕੀ ਬਿਆਨ ਦੇਣਾ ਵਾ। ਤੁਸੀਂ ਗਲਤ, ਤੁਸੀਂ ਕਿਸੇ ਵੇਲੇ ਜਿਹੜਾ ਨਾ ਉਹ ਹਾਕੀ ਵਾਲੇ ਪਾਸੇ ਲੈਣ ਦੀ ਬਜਾਏ ਉਹ ਦੂਜੇ ਪਾਸੇ ਗੱਲ ਲੈ ਜਾਂਦੇ ਹੋ। ਸੋ ਬਾਕੀ ਗੱਲ ਵੀਰੋ ਇਹ ਆ ਕਿ ਯੂਨੀਅਨ ਦੇ ਨੁਮਾਇੰਦੇ ਇਹ ਗੱਲ ਤੇ ਜ਼ਰੂਰ ਮੇਰੀ ਤੇ ਗੌਰ ਕਰਨ ਜਾਂ ਪ੍ਰੈਸ਼ਰ ਪਾਉਣ ਕਿ ਇਹ ਜਿਹੜੀਆਂ ਸਾਡੀਆਂ ਪੋਸਟਾਂ ਜਿਹੜੀਆਂ 66-35 'ਚ ਐਡ ਕੀਤੇ ਜਾਣ ਤੇ ਏਜੀ ਥਰੂ ਜਿਹੜਾ ਸਾਡੇ ਹੱਕ ਦੇ ਵਿੱਚ ਜਾਂ ਪਹਿਲਾਂ ਤਰੀਕ ਪਵਾਈ ਜਾਵੇ ਜਾਂ ਐਨਸੀਟੀ ਵੱਲੋਂ ਜਿਹੜਾ ਵੀ ਆ ਕੁਛ ਵੀ ਜਿਹੜਾ ਪਹਿਲਾਂ ਤਾਂ ਉਹਨਾਂ ਤੱਕ ਪਹੁੰਚ ਕੀਤਾ ਜਾਵੇ, ਜਦ ਕਿ ਜਿਹਦੇ ਨਾਲ ਸਾਡਾ 66-35 ਦਾ ਮਸਲਾ ਹੱਲ ਹੋ ਜੇ। ਠੀਕ ਹੈ, ਤੇ ਜਿਹੜੇ ਵੱਧ ਤੋਂ ਵੱਧ ਸਾਥੀ ਜਿਹੜੇ ਆ ਉਹ ਜੌਬ ਲੱਗ ਜਾਣ। ਇੱਕ ਜਿਹੜਾ ਸਿੱਖਿਆ ਮੰਤਰੀ ਸਾਹਿਬ ਇਹ ਵੀ ਬਿਆਨ ਦਿੰਦੇ ਆ ਕਿ 21 ਨੰਬਰ ਵਾਲਾ ਟੈਂਕੀ ਤੇ ਚੜਿਆ, ਕੋਈ 21 ਨੰਬਰ ਵਾਲਾ ਸਾਡਾ ਟੈਂਕੀ ਤੇ ਨਹੀਂ ਚੜਿਆ। ਇਹ ਤੁਸੀਂ ਪਤਾ ਨਹੀਂ ਕਿਹੜਾ ਬੰਦਾ ਤੁਹਾਨੂੰ ਲਾਗੇ ਜਿਹੜਾ ਡਾਟਾ ਦਿੰਦਾ ਹੈ, ਸਾਨੂੰ ਇਸ ਗੱਲ ਦਾ ਸਮਝ ਨਹੀਂ ਹੈ। ਕੋਈ 21 ਨੰਬਰ ਤਾਂ ਮੈਨੂੰ ਲੱਗਦਾ ਕਿਸੇ ਦੇ ਹੋਣਾ ਹੀ ਨਹੀਂ ਹੈ। ਠੀਕ ਹੈ, ਇਹ ਗਲਤ ਗੱਲਾਂ ਨਾ ਕਰੋ, ਮਤਲਬ ਲੀਡਰ ਨੂੰ ਨਾ ਗੁੰਮਰਾਹ ਕਰੋ ਕਿ ਜਿਹਦੇ ਵਿੱਚ ਤੁਹਾਡਾ ਵੀ ਇਲੈਕਸ਼ਨ ਦਾ ਟਾਈਮ ਆ। ਸੋ ਇਹੋ ਜਿਹੇ ਨਾ ਗੱਲਾਂ ਕਰੋ ਕਿ ਜਿਹਦੇ ਵਿੱਚ ਗਾਂਹ ਤੇ ਇਹ ਸਰਕਾਰ ਦਾ ਆਉਣਾ ਜਿਹੜਾ ਵਾ ਉਹ ਅਸੰਭਵ ਹੋ ਜੇ, ਕਿਉਂਕਿ ਬੇਰੁਜ਼ਗਾਰਾਂ ਦੇ ਏਕੇ ਦੇ ਨਾਲ ਹੀ ਇਹ ਸਰਕਾਰ ਅਗਲੀ ਆਉਣੀ ਹੈ ਜਿਹੜੀ ਵੀ ਆਈ। ਸੋ ਗੱਲ ਜਿਹੜੀ ਮੈਂ ਰੱਖਣੀ ਸੀ ਉਹ ਵੀ ਮੈਂ ਰੱਖ ਚੁੱਕਾ ਹਾਂ ਕਿ ਬਾਈ ਕਿ ਜਿਹੜੀਆਂ 6635 ਦੇ ਵਿੱਚ ਜਿਹੜੀ ਸਾਡੀ ਮੀਟਿੰਗ ਹੁੰਦੀ ਹੈ ਯੂਨੀਅਨ ਦੀ, ਜਾਂ 18 ਨੂੰ ਜਿਹੜੀ ਮੀਟਿੰਗ ਆ ਉਹਦੇ ਵਿੱਚ ਸਾਡੀ ਯੂਨੀਅਨ ਇਹ ਜ਼ਰੂਰ ਗੱਲ ਰੱਖੇ ਕਿ ਸਾਡੀਆਂ ਪੋਸਟਾਂ ਜਿਹੜੀਆਂ ਵਾ ਉਹਦੇ 'ਚ ਵਾਧਾ ਕੀਤਾ ਜਾਵੇ 6635, ਕਿਉਂਕਿ ਸਾਡਾ ਐਗਜ਼ਾਮ ਹੋ ਚੁੱਕਾ, ਸਾਡਾ ਪ੍ਰੋਸੈਸ ਜਿਹੜਾ ਵਾ ਉਹ 70% ਹੋ ਚੁੱਕਾ, ਸਾਡਾ 30% ਸਿਰਫ ਰਹਿੰਦਾ ਆ ਜਿਹਦੇ 'ਚ ਸਾਨੂੰ ਪੋਸਟਾਂ ਦੇ ਸਕਦੇ ਆ ਤੇ ਇਹ 101% ਪੋਸੀਬਲ ਆ। ਸੋ ਇਹ ਮੰਗ ਰੱਖਣੀ ਚਾਹੀਦੀ ਆ ਤੇ ਸਾਡੀਆਂ ਪੋਸਟਾਂ 'ਚ ਵਾਧਾ ਕਰਨਾ ਚਾਹੀਦਾ ਹੈ ਤੇ ਸਾਡੀ ਭਰਤੀ ਜਿਹੜੀ ਆ ਏਜੀ ਥਰੂ ਜਿਹੜੇ ਆ ਉਹ ਦੇ ਕੇ ਐਫੀਡੇਵਿਟ ਤੇ ਕੰਪਲੀਟ ਹੋ ਸਕਦੀ ਹੈ। ਠੀਕ ਹੈ ਜੀ, ਤੇ ਬਾਕੀ ਗੱਲ ਇਹ ਹੈ ਕਿ ਇਹੋ ਗੱਲਾਂ ਮੈਂ ਯੂਨੀਅਨ ਨੂੰ ਪਹੁੰਚਾਉਣੀਆਂ ਚਾਹੁੰਦਾ ਸੀਗਾ ਤੇ ਯੂਨੀਅਨ ਮੇਰੀ ਗੱਲਾਂ ਤੇ ਬਿਲਕੁਲ ਥੋੜਾ ਬਹੁਤਾ, ਜਿੰਨਾ ਮੈਂ ਸਿਆਣਾ ਤਾਂ ਨਹੀਂ ਬਟ ਪਲੀਜ਼ ਮੇਰੀ ਗੱਲਾਂ ਤੇ ਜ਼ਰੂਰ ਗੌਰ ਕਰਿਓ ਕਿ ਸਾਨੂੰ ਇਹ ਗੱਲ ਤੇ ਬਿਲਕੁਲ ਧਿਆਨ ਰੱਖਣਾ ਚਾਹੀਦਾ ਕਿ ਇਵੇਂ ਸਾਡਾ ਹੱਲ ਹੋ ਸਕਦਾ ਜੇ ਸਾਡੀਆਂ ਪੋਸਟਾਂ ਵੱਧ ਜਾਣ, ਸਾਡਾ ਵੱਧ ਤੋਂ ਵੱਧ ਕੇਡਰ ਜਿਹੜਾ ਉਹ ਐਡਜਸਟ ਹੋ ਜੇ ਤੇ ਹੋ ਸਕਦਾ ਸਾਡਾ ਕੋਡ ਆਫ ਕੰਡਕਟ ਤੋਂ ਪਹਿਲਾਂ ਵੀ ਇਹਦਾ ਮਸਲਾ ਹੱਲ ਹੋ ਸਕਦਾ। ਤੇ ਮਿਹਰਬਾਨੀ ਜੀ ਸਾਰਿਆਂ ਨੂੰ, ਧੰਨਵਾਦ। ਬਾਕੀ ਰਹੀ ਸੱਚ ਗੱਲ ਬੀਐਡ ਦੀ ਕਿ ਬੀਐਡ ਦਾ ਸੀਨ ਇਹ ਹੈ ਜੀ ਕਿ ਬੀਐਡ ਨੇ ਨਾ ਆਪ ਤੇ ਖੇਡਣਾ ਨਹੀਂ ਤੇ ਦੂਜਿਆਂ ਨੂੰ ਖੇਡਣ ਨਹੀਂ ਦੇਣਾ। ਬਸ ਉਹਨਾਂ ਦੀ ਹੁਣ ਸਿਸਟਮ ਇੱਥੋਂ ਤੱਕ ਰਹਿ ਗਿਆ ਕਿ ਉਹ ਆਪ ਤੇ ਉਹ ਬਾਹਰ ਆ। ਠੀਕ ਹੈ, ਉਹ ਤੇ ਅੱਜ ਵੀ ਬਾਹਰ ਸੀ, ਕੱਲ ਵੀ ਬਾਹਰ ਹੋਣਗੇ, ਕਿਉਂਕਿ ਇਹਨਾਂ ਦਾ ਸਾਡੇ ਨਾਲ ਵੇਚਣੀ ਹੈ। ਵੱਖਰੇਵਾਂ ਕੋਰਸ ਨੇ, ਵੱਖੋ ਵੱਖ ਟੈਕਨੀਕਲ ਕੋਰਸ ਨੇ, ਭਾਵੇਂ ਸੁਪਰੀਮ ਕੋਰਟ ਚੱਲ ਜਾਣ, ਭਾਵੇਂ ਜਿੱਥੇ ਮਰਜ਼ੀ ਚੱਲ ਜਾਣ, ਉਹ ਸਾਡੇ ਹੱਕ 'ਚ ਹੀ ਆਉਣਾ। ਬਟ ਸਿਰਫ ਪ੍ਰੋਬਲਮ ਇਹ ਹੈ ਕਿ ਡਿਲੇ ਆਫ ਟਾਈਮ, ਕਿ ਟਾਈਮ ਜਿਹੜਾ ਵਾ ਉਹ ਨਿਕਲੀ ਜਾਂਦਾ ਹਰ ਟਾਈਮ ਤੇ। ਜਦੋਂ ਇੱਕ ਦੇ ਬੰਦੇ ਨੂੰ ਸਮੇਂ ਤੇ ਜੌਬ ਮਿਲਣੀ, ਇੱਕ ਜੌਬ ਜਿਹੜੀ ਆ ਉਹ ਸਮੇਂ ਤੋਂ ਬਾਅਦ ਮਿਲਣੀ, ਉਹ ਗੱਲ ਫਿਰ ਉਹ ਮਜ਼ਾ ਰਹਿੰਦਾ ਨਹੀਂ। ਸੋ ਇਹ ਗੱਲ ਇਹ ਬੀਐਡ ਵਾਲਿਆਂ ਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਨੂੰ ਆਪਣੀ ਪੋਸਟਾਂ ਵੱਲ ਜਾਣਾ ਚਾਹੀਦਾ ਤੇ ਨਾ ਕਿਸੇ ਦੇ ਹੱਕ ਤੇ ਮਾਰਨਾ ਚਾਹੀਦਾ। ਤੇ ਬਾਕੀ ਇਹ ਆ ਕਿ ਇਹ ਆਪਣੇ ਵੀਰੋ ਈਟੀਟੀ ਵਾਲਿਓ, ਇਹ ਆਪਣੀਆਂ ਪੋਸਟਾਂ ਸਿਰਫ ਸਾਨੂੰ ਹੀ ਮਿਲਣੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਆ। ਬਸ ਸਿਰਫ ਟਾਈਮ ਆਫ ਵੇਸਟੇਜ ਆ ਕਿ ਟਾਈਮ ਵੇਸਟ ਹੋ ਰਿਹਾ। ਤੇ ਇਹ ਮੇਰੇ ਵੀਰ ਯੂਨੀਅਨ ਵਾਲੇ ਧਿਆਨ ਰੱਖਣ ਥੋੜੀ ਜਿਹੀ ਗੱਲ ਕਿ ਆਪਾਂ ਪੋਸਟਾਂ ਦੇ ਵਾਧੇ ਵਿੱਚ ਧਿਆਨ ਦਈਏ ਤੇ ਇਹਨਾਂ ਪੋਸਟਾਂ ਨੂੰ ਛੇਤੀ ਤੋਂ ਛੇਤੀ ਪੂਰਾ ਕਰਾਈਏ ਜੋ ਕਰ ਰਹੇ ਆ ਉਹ ਸਾਰੇ। ਤੇ ਸਿਰਫ ਇੱਕ ਸੁਝਾਅ ਸੀਗਾ, ਮੈਂ ਸਿਆਣਾ ਨਹੀਂ ਬਹੁਤਾ, ਸਿਰਫ ਆਪਣਾ ਸੁਝਾਅ ਦਿੱਤਾ ਤੇ ਕਿਹਾ ਸੁਣਿਆ ਮਾਫ। ਮਿਹਰਬਾਨੀ।